पंथ बसे मैं उजड़ा, 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 पंथ बसे मैं उजड़ा। मान चौक नेरा वाहिगुरु जी, पंथ बसे मैं उजड़ा, पंथ बसे मैं उजड़ा, मन चौक नेरा राम, पंथ बसे मैं उजड़ा, पंथ बसे मैं उजड़ा, पंथ बसे मैं उजड़ा, पंथ बसे मैं उजड़ा। मान चौक नेरा राम, पंथ बसे मैं, पंथ बसे मैं उजड़ा, नेरा राम, पंथ बसे मैं उजड़ा, पंथ बसे मैं उजड़ा। नेरा राम, पंथ बसे मैं उजड़ा, पंथ बसे मैं उजड़ा। पूरा सो पहचानी दीन के पुरचा कट मरे, कबू न छाड़े खेत। परम सत्कारयोग गुरां की साजी ते निवाजी होए साध संगत जी, ਅੰਮ੍ਰਿਤ ਵੇਲੇ ਦੇ ਸਮੇਂ ਨੂੰ ਮੁੱਖ ਰੱਖਦਿਆਂ ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਆਪ ਸਜ ਕੇ ਗੁਰਬਾਣੀ ਦਾ ਆਨੰਦ ਪ੍ਰਾਪਤ ਕਰਨ ਵਾਸਤੇ ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੈ ਨਿਤ, ਇੱਕ ਬਧਿੰਦੀ ਆਰਜਾ ਦੂਜਾ ਸਾਹਿਬ ਆਵੈ ਚਿੱਤ। ਸੋ ਅੰਮ੍ਰਿਤ ਵੇਲੇ ਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਪਾਂ ਸਾਰੇ ਪਹੁੰਚਦੇ ਹਾਂ। ਨਿਤਨੇਮ ਜੋ ਗੁਰੂ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਬਾਣੀ ਅੰਮ੍ਰਿਤ ਵੇਲੇ ਦੀ, ਗੁਰੂ ਅਮਰਦਾਸ ਮਹਾਰਾਜ ਜੀ ਦੀ ਔਰ ਰੋਜ਼ਾਨਾ ਦੀ ਤਰ੍ਹਾਂ ਆਪ ਜੀ ਸਰਵਣ ਕਰਦੇ ਹੋ, ਭਾਗਾਂ ਵਾਲੇ ਹਨ ਜੋ ਅੰਮ੍ਰਿਤ ਵੇਲੇ ਉੱਠ ਕੇ ਨਾਲ ਨਾਲ ਦੋ ਲਾਹੇ ਸੇਵਾ ਤੇ ਸਿਮਰਨ ਦੇ। ਆਪਣੇ ਘਰਾਂ ਵਿੱਚ ਵੀ ਕਈ ਸੱਜਣ ਐਸੇ ਜਿਨ੍ਹਾਂ ਦੇ ਮੈਨੂੰ ਫੋਨ ਵੀ ਆਏ ਵੀ ਅਸੀਂ ਆਪਦੇ ਘਰੇ ਬੈਠ ਕੇ ਬਾਣੀ ਸੁਣਦੇ ਹਾਂ, ਵਿਹੜੇ 'ਚ ਬਹਿ ਜਾਂਦੇ, ਉਦੋਂ ਬਾਹਰ ਬਹਿ ਜਾਂਦੇ ਨਿਕਲ ਕੇ, ਤੇ ਉਹ ਵੀ ਇੱਕ ਆਨੰਦ ਹੈ, ਹਾਜ਼ਰੀ ਲੱਗਦੀ ਹੈ ਉੱਥੋਂ। ਇੱਥੇ ਮਨ ਦੇ ਬੈਠਿਆਂ ਦੇ ਫੁਰਨੇ ਪਤਾ ਨਹੀਂ ਕਿੱਧਰ ਚਲੇ ਜਾਣ, ਪਰ ਜਦੋਂ ਉੱਥੇ ਘਰ ਵਿੱਚ ਬੈਠ ਕੇ ਇਸ ਤਰ੍ਹਾਂ ਧਿਆਨ ਇੱਧਰ ਜੋੜ ਕੇ ਰੱਖਣਾ, ਧਿਆਨ ਦੇ ਨਾਲ ਹੀ ਸੁਣਨਾ ਹੈ ਨਾ, ਵੀ ਹਾਂ ਅੱਜ ਕਿਹੜੇ ਸ਼ਬਦੀ ਵਿਚਾਰ ਹੋਏ, ਅੱਜ ਕਿਹੜੇ ਸ਼ਬਦੀ ਵਿਚਾਰ ਹੋਏ, ਨਿਤਨੇਮ ਕਿਵੇਂ ਹੋਇਆ। ਸਰੀਰ ਉੱਥੇ ਬੈਠਾ ਹੈ ਪਰ ਉਹਨਾਂ ਦਾ ਮਨ ਕਰਕੇ ਗੁਰੂ ਦੀ ਗੋਦ ਅੰਦਰ ਬੈਠ ਕੇ ਆਨੰਦ ਮਾਣਦੇ ਹਨ। ਆਓ ਦੁਸਹਿਰੇ ਦੇ ਦਿਨ ਚੱਲ ਰਹੇ ਹਨ। ਕੱਲ੍ਹ ਆਪ ਜੀ ਦੇ ਨਾਲ ਭਾਈ ਮੂਲਾ ਖੱਤਰੀ ਉਹ ਵਿਚਾਰ ਸਾਂਝੀ ਕੀਤੀ। ਆਓ ਅੱਜ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਤੋਂ ਚਾਲੇ ਪਾਉਂਦੇ ਨੇ। 9 ਮਹੀਨੇ 9 ਦਿਨ 9 ਘੜੀਆਂ 9 ਪਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਸਰੂਪ ਉਚਾਰਨ ਕੀਤਾ। ਇਸ ਸਰੂਪ ਦੀ ਬਾਣੀ ਸੰਪੂਰਨ ਕਰਕੇ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਸਾਬੋ ਕੀ ਤਲਵੰਡੀ ਕੀਤਾ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਫਿਰ ਨਾਲ ਕੁਝ ਗ੍ਰੰਥੀ ਸਿੰਘ ਜਿਹੜੇ ਸਨ, ਸਿੰਘ ਸੂਰਮੇ ਸਨ, ਉਹਨਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਚੱਲ ਪਏ। ਤੇ ਡੱਲਾ ਤੇ ਮੱਲਾ ਦੋਨੋਂ ਭਰਾ ਇਹ ਕਹਿਣ ਲੱਗੇ ਅਸੀਂ ਵੀ ਤੁਹਾਡੇ ਨਾਲ ਹੀ ਚੱਲਣਾ ਹੈ। ਮਹਾਰਾਜ ਕਹਿਣ ਲੱਗੇ ਚਲੋ।
ਫਿਰ ਜਿਹੜੇ ਮੇਨ ਗ੍ਰੰਥੀ ਸਨ, ਹੈੱਡ ਗ੍ਰੰਥੀ ਸਨ ਭਾਈ ਬਾਬਾ ਦੀਪ ਸਿੰਘ ਜੀ, ਉਹਨਾਂ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦਾ ਲਾ ਦਿੱਤਾ। ਤੇ ਮਰ ਦੇ ਨਾਲ ਫੌਜਾਂ ਫਿਰ ਚੱਲੀਆਂ ਅੱਗੇ। ਜਦੋਂ ਸਾਬੋ ਕੀ ਤਲਵੰਡੀ ਤੋਂ ਮਹਾਰਾਜ ਜੀ ਅੱਗੇ ਜਾਣ ਲੱਗੇ, ਡੱਲੇ ਤੇ ਮੱਲੇ ਨੇ ਕਹਿ ਤਾਂ ਦਿੱਤਾ ਵੀ ਅਸੀਂ ਤੁਹਾਡੇ ਨਾਲ ਜਾਵਾਂਗੇ, ਪਰ ਅੱਗੇ ਥੋੜੀ ਦੂਰ ਜਾ ਕੇ ਡੱਲਾ ਤੇ ਮੱਲਾ ਦੋਨੋਂ ਭਰਾਵਾਂ ਨੇ ਸੋਚਿਆ ਪਤਾ ਨਹੀਂ ਮਹਾਰਾਜ ਕਿੱਥੇ ਜਾ ਕੇ ਖੜਨਗੇ, ਕੋਈ ਥਾਂ ਟਿਕਾਣਾ ਨਹੀਂ ਮਹਾਰਾਜ ਜੀ ਦਾ। ਇਹ ਤਾਂ ਹੈ ਨਹੀਂ ਵੀ ਹੁਣ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਂ ਚਮਕੌਰ ਦੀ ਗੜੀ ਵਿੱਚ ਚਲੇ ਜਾਣਗੇ। ਅੱਗੇ ਫਿਰ ਜਦੋਂ ਕੁਝਾ ਮਾਲਵੇ ਦੇ ਸਿੱਖ ਵੀ ਤਨਖਾਹ ਪਿੱਛੇ ਮਹਾਰਾਜ ਦੇ ਨਾਲ, ਚਲੋ ਕੁਝ ਸ਼ਬਦੋ ਸ਼ਬਦੀ ਐਸੇ ਹੋਏ ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਆ ਲਓ ਤਨਖਾਹ ਆਪਣੀ। ਢਾਲਾਂ ਭਰ ਭਰ ਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਵ ਕਹਿਣ ਤੋਂ ਉਹ ਤਨਖਾਹ ਦਿੱਤੀ। ਅੱਗੇ ਡੱਲਾ ਤੇ ਮੱਲਾ ਦੋਨੋਂ ਮਹਾਰਾਜ ਦੇ ਨਾਲ ਜਾਂਦੇ ਨੇ। ਅੱਗੇ ਵਿਸ਼ਰਾਮ ਦਾ ਸਮਾਂ ਹੋਇਆ। ਸੱਚੇ ਪਾਤਸ਼ਾਹ ਮਹਾਰਾਜ ਦਾ ਤੰਬੂ ਇੱਕ ਪਾਸੇ ਸਜ ਗਿਆ ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਉਸ ਤੰਬੂ ਦੇ ਵਿੱਚ ਬਿਰਾਜਮਾਨ ਹੋ ਗਏ। ਸੰਗਤਾਂ ਵੀ ਆਰਾਮ ਕਰਦੀਆਂ ਨੇ। ਡੱਲਾ ਤੇ ਮੱਲਾ ਦੋਨੋਂ ਭਰਾਵਾਂ ਨੇ ਸੋਚਿਆ ਵੀ ਹੁਣ ਬਹੁਤ ਵਧੀਆ ਮੌਕਾ ਹੈ, ਹੁਣ ਆਪਾਂ ਜਿਹੜਾ ਅੱਗੇ ਆਪਣੇ ਪਿੰਡ ਨੂੰ, ਆਪਣੇ ਘਰ ਨੂੰ ਚਾਲੇ ਪਾ ਦਿੰਨੇ ਹਾਂ। ਤੇ ਜਿਹਦੇ ਵਿੱਚ ਕਹਿਣ ਲੱਗੇ ਦੋਨੋਂ ਭਰਾ ਵਾਪਸ ਮੁੜ ਆਏ ਉੱਥੋਂ ਬਿਨਾਂ ਦੱਸੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਕਿਸੇ ਨੇ ਆਖਿਆ, ਸੱਚੇ ਪਾਤਸ਼ਾਹ ਤੇ ਡੱਲਾ ਤੇ ਮੱਲਾ ਜਿਹੜੇ ਤੇਰੇ ਦੋ ਬਹੁਤੇ ਨਜ਼ਦੀਕੀ ਸਨ ਉਹ ਨਾ ਹੁਣ ਵਾਪਸ ਮੁੜ ਗਏ ਹਨ। ਦਰਬਾਰ ਸਜਿਆ ਮਹਾਰਾਜ ਜੀ ਦਾ। ਆ ਕੇ ਕਿਸੇ ਨੇ ਇਹ ਗੱਲ ਭਾਈ ਸੰਤੋਖ ਸਿੰਘ ਜੀ ਕਰਤਾ ਗੁਰਪ੍ਰਤਾਪ ਸੂਝ ਗ੍ਰੰਥ ਦੇ ਵਿੱਚ ਬੜੇ ਪਿਆਰ ਦੇ ਵਿੱਚ ਆ ਕੇ ਸਮਝਾਉਣਾ ਕਰਦੇ ਨੇ। ਕਹਿੰਦੇ ਉਹਨਾਂ ਨੇ ਕਿਹਾ ਸੱਚਿਆ ਪਾਤਸ਼ਾਹ ਨਾ ਡੱਲਾ ਨਾ ਮੱਲਾ ਅੱਜ ਗੁਰੂ ਰਹਿ ਗਿਆ ਕੱਲਾ, ਨਾ ਡੱਲਾ ਨਾ ਮੱਲਾ ਅੱਜ ਗੁਰੂ ਰਹਿ ਗਿਆ ਕੱਲਾ, ਨਾ ਡੱਲਾ ਨਾ ਮੱਲਾ ਅੱਜ ਗੁਰੂ ਰਹਿ ਗਿਆ ਕੱਲਾ, ਨਾ ਡੱਲਾ ਨਾ ਮੱਲਾ ਅੱਜ ਗੁਰੂ ਰਹਿ ਗਿਆ ਕੱਲਾ, ਡੱਲਾ ਨਾ ਮੱਲਾ ਗੁਰੂ ਰਹਿ ਗਿਆ ਕੱਲਾ, ਨਾ ਡੱਲਾ ਨਾ ਮੱਲਾ ਗੁਰੂ ਰਹਿ ਗਿਆ ਕੱਲਾ, ਉਹ ਨਾ ਡੱਲਾ ਨਾ ਮੱਲਾ ਸਤਿਗੁਰ ਦੇ ਨਾਲ ਹੈ ਅੱਲਾ, ਨਾ ਡੱਲਾ ਨਾ ਮੱਲਾ ਸਤਿਗੁਰ ਦੇ ਨਾਲ ਹੈ ਅੱਲਾ, ਨਾ ਡੱਲਾ ਨਾ ਮੱਲਾ ਸਤਿਗੁਰ ਦੇ ਨਾਲ ਹੈ ਅੱਲਾ, ਨਾ ਡੱਲਾ ਨਾ ਮੱਲਾ ਸਤਿਗੁਰੂ ਦੇ ਨਾਲ ਹੈ ਅੱਲਾ, ਡੱਲਾ ਨਾ ਮੱਲਾ ਸਤਿਗੁਰ ਦੇ ਨਾਲ ਹੈ ਅੱਲਾ, ਨਾ ਡੱਲਾ ਨਾ ਮੱਲਾ ਸਤਿਗੁਰੂ ਦੇ ਨਾਲ ਹੈ ਅੱਲਾ। ਮਹਾਰਾਜ ਜੀ ਕਹਿੰਦੇ ਫਿਰ ਕੀ ਹੋਗਾ ਜੇ ਡੱਲਾ ਤੇ ਮੱਲਾ ਚਲੇ ਗਏ, ਨਾ ਡੱਲਾ ਨਾ ਮੱਲਾ ਗੁਰੂ ਦੇ ਨਾਲ ਹੈ ਅੱਲਾ। ਮਹਾਰਾਜ ਜੀ ਕਹਿਣ ਲੱਗੇ ਮੇਰੇ ਨਾਲ ਮੇਰਾ ਪਰਮਾਤਮਾ ਹੈ, ਮੇਰੀ ਪੱਖ ਉੱਤੇ ਖੜਾ ਹੈ, ਮੇਰੀ ਗੱਲ ਸੁਣਦਾ ਹੈ। ਫਿਰ ਕਿੱਡੀ ਗੱਲ ਹੈ ਜੇ ਡੱਲਾ ਤੇ ਮੱਲਾ ਦੋਨੋਂ ਚਲੇ ਗਏ। ਚਲੋ ਅੱਗੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਉਹ ਜਿਹੜਾ ਦਰਬਾਰ ਸਜਿਆ ਰਾਜੇ ਦਾ ਨੌਰ ਭਾਦਰੋਂ ਹੁੰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਬਹਾਦਰ ਸ਼ਾਹ ਨੇ ਦਰਬਾਰ ਲਾਇਆ। ਸੱਚੇ ਪਾਤਸ਼ਾਹ ਕਿਰਪਾ ਕਰੋ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਭਾਈ ਮਾਨ ਸਿੰਘ ਜੀ ਉਹ ਜਦੋਂ ਆਗਰੇ ਦੇ ਕਿਲੇ ਦੇ ਵਿੱਚੋਂ ਇਤਿਹਾਸ ਵਿੱਚ ਫਿਰ ਇਹੀ ਦਰਜ ਮਿਲਦਾ, ਕਹਿੰਦੇ ਜਦੋਂ ਕੱਖ ਲੈਣ ਵਾਸਤੇ ਘੋੜਿਆਂ ਵਾਸਤੇ ਘਾਹ ਲੈਣ ਗਏ ਨਾ, ਚੰਗਾ ਵਧੀਆ ਘਾਹ, ਉੱਥੋਂ ਦੇ ਮੁਗਲ ਪਠਾਨ ਉਹਨਾਂ ਨੇ ਕਿਹਾ ਇਹ ਘਾਹ ਸਾਡਾ ਹੈ। ਭਾਈ ਸਾਹਿਬ ਭਾਈ ਮਾਨ ਸਿੰਘ ਜੀ ਕਹਿਣ ਲੱਗੇ ਤਾਂ ਅਸੀਂ ਧਰਤੀ ਤੋਂ ਵੱਢਿਆ ਘਾਹ ਇਹ ਸਾਡਾ ਹੈ।
ਆਸ ਮੈਂ ਕਿਸੇ ਗੱਲ ਤੋਂ ਟਕਰਾਅ ਹੋ ਗਿਆ, ਉੱਥੇ ਮੁੱਠ ਭੇੜ ਹੋਈ, ਜੰਗ ਹੋਈ, ਛੁੱਟੀ ਜੀ ਜੰਗ ਹੋਈ, ਜਿਹਦੇ ਵਿੱਚ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬੜੇ ਪ੍ਰਾਨਾਂ ਤੋਂ ਪਿਆਰੇ ਸਿੱਖ ਸਨ, ਜਿਹੜੇ ਉੱਥੇ ਸ਼ਹੀਦੀ ਪ੍ਰਾਪਤ ਕਰ ਗਏ। ਤੇ ਉਸ ਵਕਤ ਬਾਦਸ਼ਾਹ ਨੇ ਜਿਹੜੇ ਉਹ ਜਿਨ੍ਹਾਂ ਨੇ ਸ਼ਹੀਦ ਕੀਤਾ ਭਾਈ ਮਾਨ ਸਿੰਘ ਨੂੰ ਬਹਾਦਰ ਸ਼ਾਹ ਦੇ ਫੌਜੀਆਂ ਨੇ ਫੜ ਕੇ ਮਹਾਰਾਜ ਦੇ ਪੇਸ਼ ਕਰ ਦਿੱਤੇ। ਸੱਚੇ ਪਾਤਸ਼ਾਹ, ਇਹਨਾਂ ਨੇ ਤੁਹਾਡਾ ਭਾਈ ਮਾਨ ਸਿੰਘ ਜੀ ਮਾਰਿਆ ਹੈ। ਮਹਾਰਾਜ ਜੀ ਖੁਸ਼ ਦਿਲ ਵਿੱਚ ਆਏ, ਕਹਿਣ ਲੱਗੇ ਕੋਈ ਗੱਲ ਨਹੀਂ, ਭਾਈ ਮਾਨ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ, ਇਹਨਾਂ ਨੂੰ ਛੱਡ ਦਿਓ। ਇੱਥੇ ਫਿਰ ਬਹਾਦਰ ਸ਼ਾਹ ਦੇ ਦਰਬਾਰ ਵਿੱਚ ਮਹਾਰਾਜ ਜੀ ਬੈਠੇ, ਸੱਜ ਕੇ ਬੈਠੇ ਨੇ, ਕੁਰਸੀ ਲੱਗੀ ਹੈ। ਸੱਚੇ ਪਾਤਸ਼ਾਹ ਮਹਾਰਾਜ ਦੀ ਕਲਗੀਆਂ ਵਾਲੇ ਨੇ, ਬਾਜਾਂ ਵਾਲੇ, ਤਾਜਾਂ ਵਾਲੇ, ਫੌਜਾਂ ਵਾਲੇ ਉਸ ਦਰਬਾਰ ਵਿੱਚ ਬੈਠੇ ਨੇ। ਕਾਜੀ ਆਇਆ, ਮਹਾਰਾਜ ਨੂੰ ਨੀਵਾਂ ਦਿਖਾਉਣਾ ਚਾਹੁੰਦਾ ਆ ਕੇ ਕਿਹਾ, ਸੱਚੇ ਪਾਤਸ਼ਾਹ ਤੁਹਾਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, 2 ਵੱਡੇ 2 ਛੋਟੇ, ਮਾਤਾ ਜੀ ਸ਼ਹੀਦ ਹੋ ਗਏ, ਤੁਹਾਡਾ ਪਰਿਵਾਰ ਵਿਛੜ ਗਿਆ, ਤੁਹਾਡਾ ਆਨੰਦਪੁਰ ਸਾਹਿਬ ਚਲਿਆ ਗਿਆ, ਤੇ ਤੁਸੀਂ ਉਹ ਅੱਲਾ ਦੇ ਪਿਆਰੇ ਹੋ, ਅੱਲਾ ਦੇ ਮਾਲਕ ਹੋ, ਤੇ ਤੁਸੀਂ ਕੋਈ ਇੱਥੇ ਕਰਾਮਾਤ ਨਹੀਂ ਵਿਖਾਈ ਆਪਣੀ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕਰਾਮਾਤ ਕਹਿਰ ਹੈ। ਰੱਬ ਦੇ ਫਕੀਰ ਕਿਤੇ ਵੀ ਕਰਾਮਾਤ ਨਹੀਂ ਵਿਖਾਉਂਦੇ ਹੁੰਦੇ, ਉਹ ਤਾਂ ਉਸ ਪਿਆਰੇ ਦੀ ਰਜ਼ਾ ਦੇ ਵਿੱਚ ਰਹਿੰਦੇ ਨੇ। ਨਹੀਂ, ਕੋਈ ਨਾ ਕੋਈ ਕਰਾਮਾਤ ਵਿਖਾਓ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਗੀਝੇ ਵਿੱਚ ਇੱਕ ਸਵਰਨ ਮੋਹਰ, ਸੋਨੇ ਦੀ ਮੋਹਰ ਕੱਢ ਕੇ ਰਾਜੇ ਕਿੰਨੀ ਕਰ ਦਿੱਤੀ। ਕਹਿੰਦੇ ਆ ਸਾਡੀ ਇੱਕ ਜਿਉਂਦੀ ਜਾਗਦੀ ਕਰਾਮਾਤ ਹੈ। ਤੇ ਉਸ ਕਾਜੀ ਨੇ ਆਖਿਆ, ਸੱਚੇ ਪਾਤਸ਼ਾਹ ਇਹ ਤਾਂ ਮਾਇਆ ਹੈ। ਕਹਿੰਦੇ ਮਾਇਆ ਨਾਲ ਜਿਹਨੂੰ ਮਰਜ਼ੀ ਖਰੀਦ ਲਓ, ਅੱਜ ਦਾ ਯੁੱਗ ਵੀ ਇਹੋ ਹੀ ਹੈ, 4 ਪੈਸੇ ਦੇ ਦਿਓ, ਜਿਹਨੂੰ ਮਰਜ਼ੀ ਖਰੀਦ ਲਓ। ਪਰ ਜੀ ਕਹਿਣ ਲੱਗੇ ਆ ਮਾਇਆ ਰਾਜੇ ਕੋਲੇ, ਰਾਜਾ ਮਾਇਆ ਨਾਲ ਜਿਹੜਾ ਕੁਝ ਮਰਜ਼ੀ ਕਰਾ ਦੇਵੇ। ਤੇ ਫਿਰ ਉਸ ਕਾਜੀ ਨੇ ਆਖਿਆ, ਨਹੀਂ ਕੋਈ ਹੋਰ ਆਪਣੀ ਕਰਾਮਾਤ ਵਿਖਾਓ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਟਾਲਦੇ ਗਏ, ਨਾ ਮੁੜਿਆ। ਤੇ ਗਾਤਰੇ ਫਿਰ 3.5 ਫੁੱਟ ਦੀ ਸ਼ਮਸ਼ੀਰ ਪਾਈ ਹੋਈ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਿੱਚ ਕੇ ਤਲਵਾਰ ਤਾਂ ਜਦੋਂ ਹਲਾਰੀ ਨਾ, ਕਹਿਣ ਲੱਗੇ ਆ ਵੀ ਇੱਕ ਮੇਰੀ ਜਿਉਂਦੀ ਜਾਗਦੀ ਕਰਾਮਾਤ ਹੈ। ਉਹ ਕੀ? ਜਿਹੜਾ ਪਹਿਲਾਂ ਊ ਨਾ ਮੰਨੇ, ਹੱਥ ਬੰਨਿਆ ਤੋਂ ਨਾ ਮੰਨੇ, ਚੂਕਾਰ ਅਜ ਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸ ਬਰਦਨ ਬਾ ਸ਼ਮਸ਼ੀਰ ਦਸਤ। ਕਹਿੰਦੇ ਜਿਹੜਾ ਹੱਥ ਬੰਨਿਆ ਤੋਂ ਨਾ ਮੰਨੇ ਨਾ, ਫਿਰ ਮੇਰੀ ਆ ਕਰਾਮਾਤ ਇੱਕ ਭਗਉਤੀ ਸਾਹਮਣੇ ਪ੍ਰਤੱਖ ਹੈ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਉਹ ਬੈਰੀ ਨਾ ਮਿੱਤ ਹੁੰਦਾ ਹੱਥਾਂ ਬਾਜ ਕਰਾਰਿਆਂ ਦੇ, ਬੈਰੀ ਨਾ ਹੁੰਦਾ ਮਿੱਤ ਹੱਥਾਂ ਬਾਜ ਕਰਾਰਿਆਂ, ਬੈਰੀ ਨਾ ਹੁੰਦਾ ਮਿੱਤ ਬਾਜ ਕਰਾਰਿਆਂ ਦੇ, ਬੈਰੀ ਨਾ ਹੁੰਦਾ ਮਿੱਤ ਹੱਥਾਂ ਬਾਜ ਕਰਾਰਿਆਂ ਦੇ, ਹੱਥਾਂ ਬਾਜ ਕਰਾਰਿਆਂ ਦੇ, ਬੈਰੀ ਨਾ ਹੁੰਦਾ ਮਿੱਤ ਹੱਥਾਂ ਬਾਜ ਕਰਾਰਿਆਂ ਦੇ, ਹੱਥਾਂ ਬਾਜ ਕਰਾਰਿਆਂ ਦੇ, ਹੱਥਾਂ ਬਾਜ ਕਰਾਰਿਆਂ ਦੇ, ਹੱਥਾਂ ਬਾਜ ਕਰਾਰਿਆਂ ਦੇ, ਬਾਜ ਕਰਾਰਿਆਂ ਦੇ, ਹੱਥਾਂ 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 ਬਾਜ ਕਰਾਰਿਆਂ ਦੇ, ਬੈਰੀ ਨਾ ਹੁੰਦਾ ਮਿੱਤ ਹੱਥਾਂ ਬਾਜ, ਬੈਰੀ ਨਾ ਹੁੰਦਾ ਮਿੱਤ ਹੱਥਾਂ ਬਾਜ ਕਰਾਰਿਆਂ ਦੇ, ਬੈਰੀ ਨਾ ਹੁੰਦਾ ਮਿੱਤ ਹੱਥਾਂ ਬਾਜ ਕਰਾਰਿਆਂ ਦੇ, ਬੈਰੀ ਨਾ ਹੁੰਦਾ ਮਿੱਤ ਹੱਥਾਂ ਬਾਜ ਕਰਾਰਿਆਂ ਦੇ, ਮਿੱਤ ਹੱਥਾਂ ਬਾਜ ਕਰਾਰਿਆਂ ਦੇ, ਬੈਰੀ ਨਾ ਹੁੰਦਾ ਮਿੱਤ ਹੱਥਾਂ ਬਾਜ ਕਰਾਰਿਆਂ ਦੇ। ਧੰਨ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਤਲਵਾਰ ਖਿੱਚੀ ਤੇ ਉਹ ਜਿਹੜਾ ਕਾਜੀ ਸੀ ਉਹਦੀ ਨੀਵੀਂ ਪੈ ਗਈ। ਤੇ ਫਿਰ ਬਹਾਦਰ ਸ਼ਾਹ ਨੇ ਕਿਹਾ, ਸੱਚੇ ਪਾਤਸ਼ਾਹ ਇਹ ਭੁੱਲੜ ਲੋਕ ਨੇ, ਇਹਨਾਂ ਨੂੰ ਪਤਾ ਨਹੀਂ। ਕਹਿੰਦੇ ਮੇਰੀ ਆ ਜਿਉਂਦੀ ਜਾਗਦੀ ਕਰਾਮਾਤ ਹੈ।
ਹੱਥ ਬੰਨਿਆਂ ਤੋਂ ਵੀ ਨਾ ਮੰਨੇ, ਪੈਸੇ ਦਿੱਤਿਆਂ ਤੋਂ ਵੀ ਨਾ ਮੰਨੇ, ਤੇ ਫਿਰ ਉਹਨੂੰ ਇਹਦੇ ਨਾਲ ਮਨਾਇਆ ਜਾਂਦਾ ਹੈ। ਅੱਗੇ ਫਿਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਉਸ ਹਜੂਰ ਸਾਹਿਬ ਦੀ ਨੰਦੇੜ ਦੀ ਧਰਤੀ ਨੂੰ ਵੱਧ ਰਹੇ ਨੇ। ਅੱਗੋਂ ਸੰਗਤਾਂ ਵੱਲੋਂ ਸੰਦੇਸ਼ੇ ਮਿਲੇ ਨੇ, ਮਹਾਰਾਜ ਅੱਗੇ ਨਾ ਜਾਇਓ। ਕਿਉਂ? ਕਹਿਣ ਲੱਗੇ ਅੱਗੇ ਨਾ ਇੱਕ ਬੜਾ ਹੰਕਾਰਿਆ ਹੋਇਆ, ਆਪਣੇ ਆਪ ਨੂੰ ਤਾਂ ਫਕੀਰ ਦੱਸਦਾ ਹੈ, ਪਰ ਉੱਥੇ ਉਹ ਆਪਣਾ ਡੇਰਾ ਲਾ ਕੇ ਬੈਠਾ ਹੈ। ਕੋਈ ਵੀ ਸਾਧੂ ਸੰਤ ਫਕੀਰ ਮਹਾਂਪੁਰਖ ਜਾਂਦਾ, ਆਪਣੇ ਪਲੰਘੇ ਉੱਤੇ ਬਿਠਾ ਕੇ ਤੇ ਉਹਦਾ ਨਰਾਦਰ ਕਰਦਾ ਹੈ। ਮਾਰੇ ਕਹਿਣ ਲੱਗੇ ਚਲੋ ਵੀ ਉਹਦੇ ਕੋਲ ਤਾਂ ਜ਼ਰੂਰ ਚੱਲਾਂਗੇ। ਜਿਹੜਾ ਰੱਬ ਦੇ ਫਕੀਰਾਂ ਦਾ ਨਰਾਦਰ ਕਰਦਾ ਹੈ ਉਹਨੂੰ ਕਹਿੰਦੇ ਆ ਤੂੰ ਫਕੀਰ ਨਹੀਂ ਹੈ, ਤੂੰ ਸਿੱਧੇ ਰਸਤੇ ਪੈ, ਇਹ ਤੇਰਾ ਮਾਰਗ ਨਹੀਂ ਹੈ। ਚਲੋ ਖੈਰ ਵਕਤੇ ਖੀਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਫਿਰ ਉਸ ਮਾਧੋ ਦਾਸ ਬੈਰਾਗੀ ਦੇ ਉਸ ਡੇਰੇ ਵਿੱਚ ਚਲੇ ਗਏ। ਚਲੋ ਅੱਡੋ ਅੱਡੀ ਰਾਏ ਵਿਦਵਾਨਾਂ ਦੀ, ਪਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਾ ਕੇ ਕਿਸੇ ਦਾ ਕੰਮ ਖਰਾਬ ਨਹੀਂ ਕੀਤਾ, ਸਵਾਰਿਆ ਹੈ। ਅੱਜ ਬੜੇ ਜੀਵ ਦੇ ਸਵਾਦੀ ਇਹ ਗੱਲ ਕਹਿੰਦੇ ਨੇ, ਮਹਾਰਾਜ ਨੇ ਉੱਥੇ ਬੱਕਰੇ ਝਟ ਕੇ ਜਾ ਕੇ ਉੱਥੇ ਤਾਂ ਉਹ ਦੇਖ ਕੇ ਹੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ, ਉਹ ਜਿਹੜਾ ਫਕੀਰ ਸੀ ਨਾ ਉਹਦੇ ਚੇਲੇ ਸਨ, ਜਦੋਂ ਉਹਦੇ ਤਖਤ ਉੱਤੇ ਮਹਾਰਾਜ ਬੈਠ ਕੇ 4 ਤੀਰ ਭੱਥੇ ਵਿੱਚੋਂ ਕੱਢੇ, ਚਾਰੇ ਪਾਵਿਆਂ ਉੱਤੇ ਰੱਖ ਦਿੱਤੇ। ਉਹਦੇ ਚੇਲੇ ਆਏ, ਆ ਕੇ ਦੇਖਿਆ ਸਾਡੇ ਫਕੀਰ ਦੇ, ਸਾਡੇ ਗੁਰੂ ਦੇ ਤਖਤ ਉੱਤੇ ਕੋਈ ਇਹੋ ਜਿਹਾ ਬੰਦਾ ਬੈਠਾ ਹੈ, ਉਹ ਤਾਂ ਰਾਜਾ ਮਹਾਰਾਜਾ ਲੱਗਦਾ ਹੈ। ਜਾ ਕੇ ਭੱਜ ਕੇ ਮਾਧੋ ਦਾਸ ਬੈਰਾਗੀ ਨੂੰ ਦੱਸਣਾ ਕੀਤਾ, ਅੱਜ ਤੇਰੇ ਪਲੰਘ ਉੱਤੇ ਕੋਈ ਇਹੋ ਜੀ ਜੋਤ ਆ ਕੇ ਬੈਠ ਗਈ, ਰਾਜਾ ਲੱਗਦਾ, ਫਕਰ ਫਕੀਰ ਤਾਂ ਨਹੀਂ, ਰਾਜਾ ਲੱਗਦਾ ਕੋਈ। ਤੇ ਧੰਨ ਕਲਗੀਧਰ ਪਾਤਸ਼ਾਹ ਮਾਜੀ ਤਖਤ ਉੱਤੇ ਬੈਠੇ ਨੇ। ਮਾਧੋ ਦਾਸ ਨੇ ਕਿਹਾ ਮਾਰ ਦਿਓ ਪਲੰਘਾ ਮੁੱਦਾ। ਕਹਿੰਦੇ ਤੂੰ ਮੁੱਦਾ ਮਾਰਨ ਦੀ ਗੱਲ ਕਰਦਾ ਹੈ, ਉਹ ਤਾਂ 3-3 4-4 ਇੰਚ ਥੱਲੇ ਨੂੰ ਬਹਿੰਦਾ ਜਾਂਦਾ ਮਹਾਰਾਜ ਦਾ ਪਲੰਘਾ ਜਿਹੜਾ, ਉਹ ਤਾਂ ਤੇਰੇ ਨਾਲੋਂ ਵੀ ਵਧੀਆ ਹੈ। ਤੇ ਜਿਹੜੀ ਗੱਲ ਫਿਰ ਉਹਨੇ ਕਹੀ ਨਾ, ਪਹਿਲੇ ਤਾਂ ਸੁਣਦਾ ਗਿਆ ਵਕਤੇ ਖੀਰ ਉਹਨਾਂ 5 ਜਿਹੜੇ ਪੀਰ ਸੀ ਉਹਨਾਂ ਨੇ ਕਹਿ ਦਿੱਤਾ ਉਹ ਤਾਂ ਤੇਰੇ ਨਾਲੋਂ ਵੀ ਚੌਗਣੀ ਸ਼ਕਤੀ ਉਹਦੇ ਕੋਲੇ। ਜਦੋਂ ਕਿਸੇ ਦੀ ਵਡਿਆਈ ਮਨੁੱਖ ਸੁਣਦਾ ਨਾ, ਕੋਈ ਹੋਊਗਾ ਜਿਹੜਾ ਖੁਸ਼ ਹੁੰਦਾ ਹੋਊਗਾ, ਤੇ ਨਹੀਂ ਤਾਂ ਅੰਦਰੋਂ ਅੰਦਰੀ ਮੱਚਦਾ ਸੜਦਾ ਹੈ, ਇਹਦੀ ਵਡਿਆਈ ਕਿਉਂ ਕਰਦੇ ਹੋ ਮੇਰੇ ਕੋਲੇ। ਤੇ ਜਿਹੜੀ ਗੱਲ ਫਿਰ ਉਹਨਾਂ ਨੇ ਕਹਿ ਦਿੱਤੀ, ਉਹ ਕੀ ਕਹਿੰਦੇ ਨੇ ਜੀ, ਬੈਠਾ ਤਾਂ ਪੀਰ ਪਲੰਘ ਤੇ ਜਿਹੜਾ ਉਸ ਵੱਲ ਤੱਕਿਆ ਜਾਵੇ ਨਾ, ਬੈਠਾ ਪੀਰ ਪਲੰਘ ਤੇ ਜਿਹੜਾ ਉਸ ਵੱਲ ਤੱਕਿਆ ਜਾਵੇ ਨਾ, ਉਹ ਬੈਠਾ ਪੀਰ ਪਲੰਘ ਤੇ ਜਿਹੜਾ ਉਸ ਵੱਲ ਤੱਕਿਆ ਜਾਵੇ ਨਾ, ਬੈਠਾ ਪੀਰ ਪਲੰਘ ਤੇ ਜਿਹੜਾ ਉਸ ਵੱਲ ਤੱਕਿਆ ਜਾਵੇ ਨਾ, ਜਿਹੜਾ ਇਸ ਵੱਲ ਤੱਕਿਆ ਜਾਵੇ ਨਾ, ਬੈਠਾ ਪੀਰ ਪਲੰਘ ਤੇ ਜਿਹੜਾ ਉਸ ਵੱਲ ਤੱਕਿਆ ਜਾਵੇ ਨਾ, ਉਹਦਾ ਚਿਹਰਾ ਦਮਕਾ ਮਾਰੇ, ਉਹਦਾ ਚਿਹਰਾ ਦਮਕਾ ਮਾਰੇ, ਤੇਰਾ ਦਮਕਾ ਮਾਰੇ, ਉਹਦਾ ਚਿਹਰਾ ਦਮਕਾ ਮਾਰੇ, ਉਹਦਾ ਚਿਹਰਾ ਦਮਕਾ ਮਾਰੇ, ਉਹਦਾ ਚਿਹਰਾ ਦਮਕਾ ਮਾਰੇ, ਚਿਹਰਾ ਦਮਕਾ ਮਾਰੇ, ਦਮਕਾ ਮਾਰੇ, ਉਸਦਾ ਚਿਹਰਾ ਦਮਕਾ ਮਾਰੇ, ਉਸਦਾ ਚਿਹਰਾ ਦਮਕਾ ਮਾਰੇ, ਚਿਹਰਾ ਦਮਕਾ ਮਾਰੇ, ਪੀਰ ਪਲੰਘ ਤੇ ਜਿਹੜਾ ਉਸ ਵੱਲ ਤੱਕਿਆ ਜਾਵੇ ਨਾ, ਬੈਠਾ ਪੀਰ ਪਲੰਘ ਤੇ ਜਿਹੜਾ ਉਸ ਵੱਲ ਤੱਕਿਆ ਜਾਵੇ ਨਾ, ਉਹ ਬੈਠਾ ਪੀਰ ਪਲੰਘ ਤੇ ਜਿਹੜਾ ਉਸ ਵੱਲ ਤੱਕਿਆ ਜਾਵੇ ਨਾ, ਬੈਠਾ ਪੀਰ ਪਲੰਘ ਤੇ ਜਿਹੜਾ ਉਸ ਵੱਲ ਤੱਕਿਆ ਜਾਵੇ ਨਾ, ਪੀਰ ਪਲੰਘ ਤੇ ਜਿਹੜਾ ਉਸ ਵੱਲ ਤੱਕਿਆ ਜਾਵੇ ਨਾ, ਬੈਠਾ ਪੀਰ ਪਲੰਘ ਤੇ ਜਿਹੜਾ ਉਸ ਵੱਲ ਤੱਕਿਆ ਜਾਵੇ
ਲਾਵੇ ਨਾ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਉਸ ਮਾਧੋਦਾਸ ਵੈਰਾਗੀ ਦੇ ਤਖਤ ਉੱਤੇ ਬੈਠੇ। ਜਦੋਂ ਮਾਧੋਦਾਸ ਵੈਰਾਗੀ ਨੇ ਆ ਕੇ ਦਰਸ਼ਨ ਕੀਤੇ ਸਤਿਗੁਰੂ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ, ਤੇ ਫਕੀਰ ਨੇ ਦਰਸ਼ਨ ਕਰਨ ਸਾਰੀ ਵਾ ਚਰਨਾਂ ਤੇ ਨਮਸਕਾਰ ਕਰ ਦਿੱਤੀ। ਮਹਾਰਾਜ ਜੀ ਕਹਿੰਦੇ ਤੂੰ ਫਕੀਰ ਹੈ? ਕਹਿੰਦਾ ਜੀ ਹਾਂ। ਤੂੰ ਮਨੁੱਖ ਹੈ, ਤੂੰ ਬੰਦਾ ਹੈ? ਕਹਿੰਦਾ ਜੀ ਹਾਂ। ਫਿਰ ਬੰਦਾ ਹੋਏ ਸੋ ਬੰਦਗੀ ਗਹਿ, ਤੂੰ ਬੰਦਿਆਂ ਵਾਲੇ ਕੰਮ ਨਹੀਂ ਕਰਦਾ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਚਿਹਰਾ ਵੇਖ ਕੇ ਦਰਸ਼ਨ ਕਰਕੇ ਦਰਸ਼ਨ ਭੇੜ ਤਰੀ ਸਖੀ ਭੂਲ ਗਈ, ਸੁਧ ਸਾਥ ਸੱਤੇ ਸੁਧਾ ਭੁੱਲ ਗਈਆਂ। ਤੇ ਚਰਨਾਂ ਵਿੱਚ ਬੈਠ ਗਿਆ। ਮਾਧੋਦਾਸ ਵੈਰਾਗੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ। ਬਸ ਫੇਰ ਕੀ ਸੀ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੋ ਕੇ ਰਹਿ ਗਿਆ ਸੱਚੇ ਪਾਤਸ਼ਾਹ। ਫਿਰ ਕਹਿੰਦਾ ਮੈਨੂੰ ਆਪਣਾ ਬਣਾ ਲੈ ਕਲਗੀ ਵਾਲਿਆ, ਮੈਨੂੰ ਆਪਣਾ ਬਣਾ ਲੈ ਕਲਗੀ ਵਾਲਿਆ ਜੀ। ਮੈਨੂੰ ਆਪਣਾ ਬਣਾ ਲੈ ਕਲਗੀ ਵਾਲਿਆ, ਉਹ ਮੈਨੂੰ ਆਪਣਾ ਬਣਾ ਲੈ ਕਲਗੀ ਵਾਲਿਆ ਜੀ। ਆਪਣਾ ਬਣਾ ਲੈ ਕਲਗੀ ਵਾਲਿਆ ਜੀ। ਮੈਨੂੰ ਆਪਣਾ ਬਣਾ ਲੈ ਕਲਗੀ ਵਾਲਿਆ ਜੀ। ਮੈਨੂੰ ਆਪਣਾ ਬਣਾ ਲੈ ਕਲਗੀ ਵਾਲਿਆ, ਬਾਹੁਲ ਦੇ ਕੇ ਖੰਡੇ ਧਾਰ ਜੀ। ਮੈਨੂੰ ਆਪਣਾ ਬਣਾ ਲੈ ਕਲਗੀ ਵਾਲਿਆ, ਬਾਹੁਲ ਦੇ ਕੇ ਖੰਡੇ ਧਾਰ ਜੀ। ਉਹ ਮੈਨੂੰ ਆਪਣਾ ਬਣਾ ਲੈ ਕਲਗੀ ਵਾਲਿਆ, ਬਾਹੁਲ ਦੇ ਖੰਡੇ ਧਾਰ ਜੀ। ਮੈਨੂੰ ਆਪਣਾ ਬਣਾ ਲੈ ਕਲਗੀ ਵਾਲਿਆ, ਬਾਹੁਲ ਦੇ ਖੰਡੇ ਧਾਰ ਜੀ। ਮੈਨੂੰ ਆਪਣਾ ਬਣਾ ਲੈ ਕਲਗੀ ਵਾਲਿਆ, ਬਾਹੁਲ ਦੇ ਕੇ ਖੰਡੇ ਧਾਰ ਦੀ। ਮੈਨੂੰ ਆਪਣਾ ਬਣਾ ਲੈ ਕਲਗੀ ਵਾਲਿਆ, ਬਾਹੁਲ ਦੇ ਕੇ ਖੰਡੇ ਧਾਰ ਦੀ। ਬਾਦਸ਼ਾਹ ਆਪਣੇ ਚਰਨ कमल की मौज को कैसी अनुमान, कहबे को शोभा नहीं देखा ही परवान। क्या हो कल इत्थों फिर अगे शुरू किया क्योंकि 10ਵੀਂ ਦਾ ਦਿਹਾੜਾ ਹੈ। ਤੇ ਇਸ ਦਿਨ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਇਤਿਹਾਸ ਲਿਖਦੇ ਅੰਤਮ ਭੋਗ ਸੀ। ਕਈ ਇਤਿਹਾਸ ਲਿਖਦੇ ਨੇ ਫਿਰ ਮਹਾਰਾਜ ਦੇ ਕੱਲ ਦੇ ਦਿਨ ਕਾਤਲਾਨਾ ਹਮਲਾ ਹੋਇਆ ਸੀ। ਉਹ ਦੋ ਮੁਗਲੀਆ ਪਠਾਨ ਜਮਸ਼ੈਦ ਖਾਂ ਤੇ ਗੁਲੇ ਖਾਂ ਜਿਨ੍ਹਾਂ ਨੇ ਕਲਗੀਧਰ ਉੱਤੇ ਕਾਤਲਾਨਾ ਹਮਲਾ ਕੀਤਾ ਭਾਵ ਕਹਿਣ ਤੋਂ। ਤੇ ਦੂਸਰੇ ਪਾਸੇ ਵਿਜੈ ਦਸ਼ਮੀ ਮੰਨਿਆ ਜਾਂਦਾ। ਭਗਵਾਨ ਰਾਮ ਜੀ ਮਹਾਰਾਜ ਤੇ ਰਾਵਣ ਦਾ ਆਪਸ ਵਿੱਚ ਯੁੱਧ ਹੋਇਆ, ਜਿਹੜੀ ਫਿਰ ਕੱਲ ਦੇ ਦਿਨ ਜਿੱਤ ਪ੍ਰਾਪਤ ਹੋਈ। ਉਸ ਰਾਵਣ ਨੂੰ ਮਾਰਿਆ ਗਿਆ। ਬਹੁਤ ਅੱਜ ਦੇਖੋ ਲੋਕਾਂ ਨੂੰ ਦੋਨਾਂ ਪਾਸੇ ਪ੍ਰਸਾਦ ਇੱਕ ਲਿਖਦੇ ਨੇ ਮਹਾਤਮਾ ਰਾਵਣ ਹੋਇਆ, ਜਿਹੜਾ ਸਭ ਤੋਂ ਵਧੀਆ ਬੰਦਾ ਜਿਹਨੂੰ ਗੁਰਬਾਣੀ ਨੇ ਕਹਿ ਦਿੱਤਾ ਤਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਇਹ ਸ਼ਬਦ ਦੇ ਅਰਥ ਕੱਲ ਨੂੰ ਕਰਾਂਗੇ। ਰਾਮਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਉਲਟਾ ਪਾਇਆ ਰਾਗ ਰਤਨ ਪਰਮਾਰ ਪ੍ਰਿਆ ਸ਼ਬਦ ਗਾਵਣ ਆਈਆਂ ਜੀ। ਸਭ ਦੋਤਾ ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਾ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ
ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਗਲਾ ਸਿਮਰਤ ਸੁਆਮੀ ਸੋ ਕਿਉ ਮਨ ਵਿਸਾਰੇ। ਹੈ ਨਾਨਕ ਮਨ ਮੇਰੇ ਸਦਾਰੋ ਹਰਨਾ ਦੇ। ਆਸੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਕਰਤਾ ਤੇਰੇ ਸਭ ਕੁਛ ਹੈ ਜਿਸਦੇ ਤੋ ਪਾਵੇ। ਦਾਸਿਤ ਸੁਲਾਂ ਤੇਰੀ ਨਾਮ ਮਨ ਵਿਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਲੇਰੇ। ਜੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸੱਚਾ ਨਾਮ ਮੇਰਾ ਆਧਾਰ ਦਾਤ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ। ਪ੍ਰਸਾਦ ਸੁਖ ਮਨ ਆਇ ਵਸਿਆ ਜਿਨੀ ਇੱਛਾ ਸਭ ਪੁਜਾਈਆਂ। ਗੁਰ ਵਿਸ਼ਨੂੰ ਜਿਦੀਆਂ ਵਡਿਆਈਆਂ। ਜੈ ਨਾਨਕ ਸੁਣੋ ਸੁਣਤੋ ਸ਼ਬਦ ਕਰੋ ਪਿਆਰੋ ਸੱਚਾ। ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਨਿਤ ਕਾਰੋ ਸੁਪਾਗੈ। ਬਗੈ ਸ਼ਬਦ ਵਜੇ ਕਲਾ ਜਿਤ ਕਰਤਾਰੀਆ। ਤੂਤ ਦੁਧ ਬਸ ਕਿਤੇ ਕਾਲ ਕੰਟਕ ਮਾਰਿਆ। ਕਰਮ ਬਣਿਆ ਦੁਸ਼ਮਨ ਕੋ ਤੇ ਨਾਮ ਰਖੈ ਲਾਗੇ। ਨਾਨਕ ਦੇ ਸੁਭੋ ਆਦਿਤ ਕਰ ਆਨੰਦ ਬਾਜੂ। ਆਨੰਦ ਸੁਨੋ ਬਟਕਾ ਕੀਓ ਸਗਲ ਮਨੋਰਥ ਪੂਰੇ। ਪਾਇਆ ਉਤਰੇ ਸਗਲ ਵਿਸੂਰੇ। ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਗੁਰ ਤੇਗ ਨਿਰਗਤੇ ਪ੍ਰਵਤ ਰੱਬ ਗੁਰਿਆ ਭਰਪੂਰ। ਬਿਨ ਬੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਾਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।